ਕਿਹੜੀ ਗੱਲ ਦਾ ਡਰ ਲੱਗਦਾ ਵੀ ਤੁਹਾਨੂੰ ਕਿ ਅਸੀਂ ਸਾਰੀ ਇੰਨਾ ਕੈਦ ਵੀ ਪੂਰੀ ਕਰ ਲਈ ਤੇ ਕੀ ਕਰ ਰਹੀ ਹੈ ਸਰਕਾਰ? ਸਾਡੇ ਸੁਣਨ 'ਚ ਆਇਆ ਵੀ ਸਰਕਾਰ ਕਹਿ ਰਹੀ ਹੈ ਵੀ ਇਹ ਸਮਾਂ ਤੁਹਾਨੂੰ ਕੱਟਣਾ ਪਊਗਾ ਅੰਦਰ। ਉਹ ਜਿਹੜੇ ਛੁੱਟੀਆਂ ਉਹਨਾਂ ਨੇ ਸਰਕਾਰ ਨੇ ਤੁਹਾਨੂੰ ਦਿੱਤੀਆਂ ਸਾਲ ਦੀਆਂ ਤੇ ਉਹ ਕਹਿੰਦੇ ਹੁਣ ਹੋਰ ਕੱਟਣਾ ਪੈਣਾ। ਇਹਨਾਂ ਨੇ 20 ਦਿਨਾਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਮੈਨੂੰ ਪਕੌੜਾ ਕਰਾ ਦਿੱਤਾ। ਮੈਂ ਇਹ ਸਿਆਸੀ ਲੀਡਰਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਪੂਰੇ ਪੰਜਾਬ ਦੇ ਕੈਦੀ ਅਸੀਂ ਇਕਜੁੱਟ ਹਾਂ ਤੇ ਅਸੀਂ ਹਵਾਲਾਤੀ ਭਰਾਵਾਂ ਨੂੰ ਵੀ ਆਪਦੇ ਨਾਲ ਰੱਖਾਂਗੇ। ਅਸੀਂ ਆਪਣੇ ਰਿਸ਼ਤੇਦਾਰਾਂ ਨੂੰ, ਯਾਰਾਂ ਦੋਸਤਾਂ ਨੂੰ, ਜੇ ਤੁਸੀਂ ਸਾਡੇ ਬਾਰੇ ਵਿਚਾਰ ਨਾ ਕਰਿਆ ਤਾਂ ਅਸੀਂ ਤੁਹਾਡੇ ਬਾਰੇ ਵਿਚਾਰ ਜ਼ਰੂਰ ਕਰਾਂਗੇ। ਜੈਪਲ ਤੁਹਾਡੇ ਨਾਲ ਰਿਹਾ ਜੇਲ੍ਹ 'ਚ? ਬਹੁਤ ਗੁੱਡ ਪਰਸਨ ਮੁੰਡਾ ਸੀ, ਬੜਾ ਇੰਟੈਲੀਜੈਂਟ ਸੀ, ਕੋਈ ਉਹਦੇ ਵਿੱਚ ਗਰਮੈਸ਼ ਵਾਲੀ ਗੱਲ ਨਹੀਂ ਸੀ, ਕੋਈ ਹਮੀ ਨਵੀਂ ਨਹੀਂ ਸੀ, ਬਸ ਸਭ ਨਾਲ ਵਿਚਰਦਾ ਸੀ ਵਧੀਆ ਤਰੀਕੇ ਨਾਲ। ਮੇਰਾ ਕਹਿਣ ਦਾ ਮਤਲਬ ਵੀ ਜਦੋਂ ਉਦੋਂ ਜ਼ਮਾਨਤ ਤੇ ਗਿਆ ਜਾਂ ਕੁਝ ਵੀ ਹੈ, ਜੇ ਕੋਈ ਪ੍ਰੋਬਲਮ ਸੀ ਉਹਦੀ ਵਿਚਾਰ ਉਹਦੀ ਕੋਈ ਸੁਣਦਾ ਜਾਂ ਕੋਈ ਉਹਦਾ ਮਸਲਾ ਹੱਲ ਕਰਦਾ ਤਾਂ ਹੱਲ ਕੀਤਾ ਜਾ ਸਕਦਾ ਸੀ। ਲੱਗਦਾ ਵੀ ਤੁਸੀਂ ਪੈਰੋਲ ਤੇ ਹੋ, ਤੁਸੀਂ ਜੇ ਜ਼ਿਆਦਾ ਰੌਲਾ ਪਾਓਗੇ ਬਾਹਰ ਰਹਿ ਕੇ ਪਾ ਸਕਦੇ ਹੋ ਰੌਲਾ ਤੇ ਉਹ ਸਰਕਾਰ ਨੇ ਕਹਿ ਦੇਣਾ ਵੀ ਇਹ ਬਹੁਤ ਰੌਲਾ ਪਾ ਰਿਹਾ ਨੂੰ ਅੰਦਰ ਬੁਲਾ ਲਓ ਜਲਦੀ, ਤੇ ਤੁਹਾਡੀ ਆਵਾਜ਼ ਦੱਬ ਜੂਗੀ। ਜਦੋਂ ਮੈਂ ਬਿਲਕੁਲ ਰੌਲਾ ਨਹੀਂ ਪਾਇਆ, ਵਧੀਆ ਤਰੀਕੇ ਨਾਲ ਛੁੱਟੀਆਂ ਪਰੋਲਾਂ ਕੱਟੀਆਂ, ਵਧੀਆ ਤਰੀਕੇ ਨਾਲ ਇਹਨਾਂ ਦੇ ਮੈਂ ਜਿਹੜੀ ਉੱਥੇ ਸੇਵਾ ਨਿਭਾਈ, ਅੰਦਰ ਮੈਂ ਟੂਰਨਾਮੈਂਟ ਕਰਾਏ ਜੇਲ੍ਹਾਂ ਦੇ ਵਿੱਚ, ਜੋ ਅਫਸਰਾਂ ਦੇ ਹੁਕਮ ਸੀ ਉਹਦੇ ਮੁਤਾਬਕ ਲੋਕਾਂ ਦੀ ਕਾਉਂਸਲਿੰਗ ਕੀਤੀ ਤੇ ਮੇਰੇ ਕਿਹੜਾ ਮੈਡਲ ਪਾਤਾ ਕਿਸੇ ਨੇ। ਕਹਿੰਦੇ VIP ਕਲਚਰ ਚੱਲਦਾ ਹੈ, ਜਿਹੜੇ ਕੁਝ ਸਪੈਸ਼ਲ ਬੰਦੇ ਹੁੰਦੇ ਉਹਨਾਂ ਨੂੰ ਅਲੱਗ ਟ੍ਰੀਟ ਕੀਤਾ ਜਾਂਦਾ ਹੈ। ਸਭ ਬਕਵਾਸ ਆ, ਸਭ ਜਾਲੀ ਗੱਲਾਂ ਨੇ, ਉਹੀ ਕੰਧਾਂ ਨੇ, ਉਹੀ ਕਿਸੇ ਨੇ ਚਾਦਰ ਧੋ ਕੇ ਲਾ ਲੈਂਦਾ, ਕਿਸੇ ਦੀ ਚਾਦਰ ਮੈਲੀ ਲੱਗੀ ਹੁੰਦੀ ਆ। ਸਾਡੇ ਕਾਨੂੰਨ ਦੀ ਤਾਕਤ ਹੋਣੀ ਚਾਹੀਦੀ ਆ, ਨਾ ਕਿ ਗੋਲੀ ਦੀ, ਨਾ ਡੰਡੇ ਦੀ ਤਾਕਤ ਹੋਣੀ ਚਾਹੀਦੀ ਆ। ਡੰਡੇ ਜਾਂ ਗੋਲੀ ਨਾਲ ਮਸਲੇ ਹੱਲ ਹੋਏ ਆ? ਕਾਨੂੰਨ ਵੱਡਾ ਹੋਣਾ ਚਾਹੀਦਾ, ਇਨਸਾਨ ਜਾਂ ਡੰਡਾ ਜਾਂ ਗੋਲੀ ਨਹੀਂ ਵੱਡਾ ਹੋਣਾ ਚਾਹੀਦਾ। ਅਸੀਂ ਇੱਥੇ ਉਲਟਾ ਹੋਇਆ ਹੋਇਆ ਕਾਨੂੰਨ, ਅਸੀਂ ਕਠਪੁਤਲੀ ਬਣਾ ਰੱਖਿਆ ਵਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪਾਲ ਸਿੰਘ ਬਰਾੜ ਔਨ 에ਅਰ ਦੇਖ ਰਹੇ ਹੋ ਤੁਸੀਂ। ਸਵਾਗਤ ਹੈ ਤੁਹਾਡਾ। ਸਾਡੇ ਨਾਲ ਅੱਜ ਇੱਕ ਨੌਜਵਾਨ ਨੇ, ਰੰਗੀ ਰਾਏਕੋਟੀ ਦਾ ਨਾਮ ਤੁਸੀਂ ਪਹਿਲਾਂ ਵੀ ਸੁਣਿਆ ਹੋਣਾ ਹੈ। 302 ਦੇ ਮਾਮਲੇ ਦੇ ਵਿੱਚ ਜੇਲ੍ਹ 'ਚ ਜਾਂਦੇ ਨੇ। ਇੱਕ ਅੱਜ ਇੱਥੇ ਮਸਲਾ ਲੈ ਕੇ ਆਏ ਨੇ ਆਪਣਾ। ਇਹ ਤਕਰੀਬਨ ਸਾਰੀ ਜਿਹੜੀ 302 ਦੇ ਕੇਸ ਦੇ ਵਿੱਚ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ ਉਹ ਇਹਨਾਂ ਨੇ ਪੂਰੀ ਭੁਗਤ ਲਈ ਹੈ, ਪਰ ਹਾਲੇ ਵੀ ਇਹਨਾਂ ਨੂੰ ਜੇਲ੍ਹ ਜਾਣਾ ਪੈ ਰਿਹਾ। ਇੱਕ ਬੜੀ ਵੱਡੀ ਤਰਾਸਦੀ ਹੈ, ਜਿਵੇਂ ਬਹੁਤ ਸਾਰੇ ਸਾਡੇ ਸਿੱਖ ਕੈਦੀ ਵੀ ਨੇ ਜਿਹੜੇ ਆਪਣੀਆਂ ਜੇਲ੍ਹਾਂ ਪੂਰੀਆਂ ਕਰਕੇ ਅੰਦਰ ਰਹੇ ਨੇ, ਪਰ ਉਹਨਾਂ 'ਤੇ ਬਹੁਤ ਵੱਡੇ ਸੰਗੀਨ ਮਾਮਲੇ ਦਰਜ ਨੇ, ਜਿਨ੍ਹਾਂ 'ਤੇ ਜਾਂ ਝੂਠੇ ਕਹਿ ਲਓ, ਸੱਚੇ ਕਹਿ ਲਓ, ਗੱਲ ਵੱਖਰੀ ਹੈ। ਪਰ ਇਹਨਾਂ 'ਤੇ ਐਸਾ ਕੀ ਮਾਮਲਾ ਹੈ ਜਾਂ ਜਿਹੜੇ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਇਹਨਾਂ ਦੇ ਕੁਝ ਹੋਰ ਸਾਥੀ ਵੀ ਨੇ ਜਿਨ੍ਹਾਂ ਦੀਆਂ ਇਹੋ ਜਿਹੀਆਂ ਸ਼ਿਕਾਇਤਾਂ ਨੇ। ਪੰਜਾਬ ਦੇ ਵਿੱਚ ਤਕਰੀਬਨ ਪਤਾ ਨਹੀਂ ਕਿੰਨੇ ਕੁ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਹੋਣਾ ਵੀ ਅਸੀਂ ਆਪਣੀ ਆਵਾਜ਼ ਚੱਕ ਸਕਦੇ ਹਾਂ, ਪਰ ਰੰਗੀ ਰਾਏਕੋਟੀ ਹੋਰੇ ਸ਼ਾਇਦ ਥੋੜ੍ਹੇ ਜਾਗਰੂਕ ਨੇ, ਆਪਣੀ ਆਵਾਜ਼ ਚੱਕਣ ਲਈ ਮੀਡੀਆ ਦੇ ਸਾਹਮਣੇ ਆਏ ਨੇ ਕਿ ਇਹਨਾਂ ਦੀ ਉਮਰ ਕੈਦ ਪੂਰੀ ਹੁੰਦਿਆਂ ਤੋਂ ਬਾਅਦ ਵੀ ਇਹਨਾਂ ਨੂੰ ਕਿਉਂ ਉੱਥੇ ਜੇਲ੍ਹ ਦੇ ਵਿੱਚ ਜਾਣਾ ਪੈ ਰਿਹਾ। ਉਹ ਇੱਕ ਪੈਰੋਲ ਦਾ ਮਸਲਾ ਹੈ, ਕਰੋਨਾ ਦਾ ਮਸਲਾ ਹੈ। ਸ਼ਾਇਦ ਉਹਨਾਂ ਦੇ ਮੂੰਹ ਸੁਣਾਂਗੇ ਤਾਂ ਜ਼ਿਆਦਾ ਬੈਟਰ ਸਮਝ ਆਏਗਾ। ਰੰਗੀ ਜੀ, ਮੋਹਾਲੀ ਆਏ ਹੋ, ਕੀ ਮਸਲਾ ਲੈ ਕੇ ਆਏ ਹੋ ਤੁਸੀਂ ਇੱਥੇ? ਕਿਹੜੀ ਗੱਲ ਦਾ ਡਰ ਲੱਗਦਾ ਵੀ ਤੁਹਾਨੂੰ ਕਿ ਅਸੀਂ ਸਾਰੀ ਇੰਨਾ ਕੈਦ ਵੀ ਪੂਰੀ ਕਰ ਲਈ ਤੇ ਕੀ ਕਰ ਰਹੀ ਹੈ ਸਰਕਾਰ? ਨਹੀਂ, ਡਰ ਕਿਸੇ ਗੱਲ ਦਾ ਨਹੀਂ ਲੱਗਦਾ ਜੀ। ਡਰ ਤਾਂ ਇਸ ਗੱਲ ਦਾ ਆ ਵੀ ਜਦੋਂ ਹੁਣ ਕਰੋਨਾ ਦੇ ਵਿੱਚ ਸਰਕਾਰ ਨੇ ਸਾਨੂੰ ਕਿਹਾ ਵੀ 2-2 ਮਹੀਨੇ ਦੀ ਛੁੱਟੀ ਭੇਜਤੀ, ਫਿਰ 1.5 2-2 ਮਹੀਨੇ ਉਹਨਾਂ ਨੇ ਸਾਡੇ ਐਕਸਟੈਂਡ ਕਰੀ ਗਏ, ਮਤਲਬ ਨੀਅਰ ਅਬਾਊਟ ਕੇ ਸਾਲ 1.5 ਸਾਲ ਸਾਨੂੰ ਹੋ ਗਿਆ। ਨਹੀਂ, ਪਹਿਲਾਂ ਤੁਹਾਨੂੰ 1-2 ਮਹੀਨੇ ਦੀ ਛੁੱਟੀ ਭੇਜਿਆ, ਜਦੋਂ ਤੁਸੀਂ ਛੁੱਟੀ ਪੂਰੀ ਕਰਕੇ ਵਾਪਸ ਜਾਂਦੇ ਸੀ ਜੇਲ੍ਹ ਤਾਂ ਉਦੋਂ ਹੋਰ ਐਕਸਟੈਂਡ ਕਰ ਦਿੰਦੇ ਸੀ ਵੀ ਜੇ ਹੋਰ ਜਾਓ। ਨਹੀਂ, ਜਾਣ ਦੀ ਲੋੜ ਨਹੀਂ ਸੀ ਹੁੰਦੀ ਜੀ। ਅਸੀਂ ਕਾਲ ਕਰਕੇ ਪਤਾ ਕਰਿਆ, ਕਿਉਂਕਿ ਨਿਊਜ਼ 'ਚ ਆ ਗਿਆ ਸੀ, ਟੀਵੀਆਂ 'ਤੇ, ਪੇਪਰ ਵਗੈਰਾ 'ਤੇ, ਮਾਨਯੋਗ ਸੁਪਰੀਮ ਕੋਰਟ ਵੱਲੋਂ ਆ ਗਿਆ ਸੀ ਵੀ ਇੱਦਾਂ ਕੀਤਾ ਜਾਵੇ। ਜਦੋਂ ਅਸੀਂ ਕਾਲ ਵਗੈਰਾ ਉਹ ਉਹਨਾਂ ਨੇ 2-4 ਮਹੀਨੇ ਕੀਤੀ, ਅਸੀਂ ਉਹ ਕਹਿੰਦੇ ਸਾਨੂੰ ਕਾਲ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ, ਜਦੋਂ ਸਾਨੂੰ ਜ਼ਰੂਰਤ ਹੋਊਗੀ ਅਸੀਂ ਤੁਹਾਨੂੰ ਕਾਲ ਕਰਕੇ ਸੱਦ ਲਾਂਗੇ। ਤੇ ਹੁਣ ਮਸਲਾ ਕੀ ਹੋਇਆ ਵੀ ਸਾਡੀ ਰਿਹਾਈ ਤਾਂ ਪਹਿਲਾਂ ਹੀ ਬਣਦੀ ਸੀ। ਜੇ ਰਿਹਾਈ ਸਾਡੀ ਉਹਦੇ ਮੁਤਾਬਕ ਤਾਂ ਬਣਦੀ, ਜਿਹੜਾ ਹੁਣ ਸਾਡਾ ਸਾਲ 1.5 ਸਾਲ ਆ, ਹੁਣ ਸਾਡੇ ਸੁਣਨ 'ਚ ਆਇਆ ਵੀ ਸਰਕਾਰ ਕਹਿ ਰਹੀ ਹੈ ਵੀ ਇਹ ਸਮਾਂ ਤੁਹਾਨੂੰ ਕੱਟਣਾ ਪਊਗਾ ਅੰਦਰ। ਮਤਲਬ ਜੇ ਆਪਾਂ ਦਰਸ਼ਕਾਂ ਨੂੰ ਕਲੀਅਰ ਜਿਹਾ ਸਮਝਾਉਣਾ ਹੋਵੇ ਤਾਂ ਤੁਸੀਂ ਜਿਹੜੀ ਐਕਸਟੈਂਡ ਕਰਦਿਆਂ ਪੈਰੋਲ ਤੇ 1 ਸਾਲ ਰਹਿ ਗਏ, ਜੋ ਤੁਹਾਡੀ ਮਰਜ਼ੀ ਨਹੀਂ ਸੀ, ਜ਼ਰੂਰੀ ਵੀ ਰਹਿਣਾ ਹੀ ਹੈ। ਨਹੀਂ ਜੀ, ਉਹ ਜਿਹੜੇ ਛੁੱਟੀਆਂ ਉਹਨਾਂ ਨੇ ਸਰਕਾਰ ਨੇ ਤੁਹਾਨੂੰ ਦਿੱਤੀਆਂ ਸਾਲ ਦੀਆਂ, ਤੇ ਉਹ ਕਹਿੰਦੇ ਹੁਣ ਹੋਰ ਕੱਟਣਾ ਪੈਣਾ। ਉਹ ਕਹਿੰਦੇ ਸਮਾਂ ਤੁਹਾਨੂੰ ਹੁਣ ਅੰਦਰ ਕੱਟਣਾ ਪਏਗਾ। ਅਸੀਂ ਕਿਹੜਾ ਬਾਹਰ ਆਜ਼ਾਦ ਸੀਗੇ? ਪੁੱਛੇ ਬਿਨਾਂ ਅਸੀਂ ਸ਼ਹਿਰ ਨਹੀਂ ਛੱਡ ਸਕਦੇ, ਵਿਆਹ ਸ਼ਾਦੀ 'ਚ ਅਸੀਂ ਨਹੀਂ ਜਾਂਦੇ ਕਿਸੇ ਦੇ। ਉਹਦਾ ਕੋਈ ਕਾਰਨ ਆ, ਸਾਨੂੰ ਰੋਕਿਆ ਨਹੀਂ ਕਿਸੇ ਨੇ, ਕਿਉਂਕਿ ਕੋਈ ਕਿਸੇ ਨਾਲ ਕੋਈ ਗੱਲਬਾਤ ਹੋ ਜੇ, ਸਾਡਾ ਮਤਲਬ ਪੈਟਰੋਲ ਤੇ ਅੱਗ ਵਾਲਾ ਹਿਸਾਬ ਕਿਤਾਬ ਆ ਵੀ ਕੈਦੀ ਬੰਦਾ ਉਹਨੂੰ ਹਰ ਕਦਮ ਫੂਕ ਕੇ ਚੱਕਣਾ ਪੈਣਾ। ਕੋਈ ਕਿਸੇ ਨੇ ਐਪਲੀਕੇਸ਼ਨ ਦੇ ਦਿੱਤੀ, ਕਿਸੇ ਨੇ ਦਰਖਾਸਤ ਦੇ ਦਿੱਤੀ, ਕੋਈ ਵਿਆਹ ਸ਼ਾਦੀ 'ਚ ਕੋਈ ਉਨੀਕੀ ਹੋ ਗਈ ਤਾਂ ਉਹਦਾ ਸਾਰਾ ਕੇਸ ਉਹਦਾ ਖਰਾਬ ਹੋ ਜਾਣਾ। ਤੇ ਉਹਦੇ ਬਾਵਜੂਦ ਮਤਲਬ ਇਸ ਕਰਕੇ ਹੁਣ ਸਾਨੂੰ ਕਾਨਫਰੰਸ ਕਰਨੀ ਪਈ ਆ ਵੀ ਸਾਡੀ ਰਿਹਾਈ ਤਾਂ ਪਹਿਲਾਂ ਹੀ ਬਣਦੀ ਸੀ। ਦੇਖੋ, ਤੁਸੀਂ ਸਾਨੂੰ ਸਜ਼ਾ ਸੁਣਾਈ, ਉਸੇ ਕਾਨੂੰਨ ਦੇ ਮੁਤਾਬਕ ਸੁਣਾਈ, ਉਸੇ ਕਾਨੂੰਨ ਦੇ ਮੁਤਾਬਕ ਤੋਂ ਅਸੀਂ ਰਿਹਾਈ ਮੰਗਦੇ ਹਾਂ। ਅਸੀਂ ਤਾਂ ਨਹੀਂ ਕਿਹਾ ਸਾਨੂੰ ਵੀ ਸਾਨੂੰ ਤੁਸੀਂ ਕੱਲ੍ਹ ਨੂੰ ਰਿਹਾ ਕਰ ਦਿਓ ਜਾਂ ਸਾਨੂੰ ਪਰੋਲ ਦੇ ਦਿਓ। ਤੁਸੀਂ ਕਿਹਾ ਨਾ ਵੀ ਆਹ ਇੰਨੀਆਂ ਪਰੋਲਾਂ ਕੱਟੋਗੇ, ਇੰਨੀ ਫਰਲੋ ਕੱਟੋਗੇ ਤੇ ਇੰਨਾ ਹਵਾਲਾ ਤੇ ਇੰਨੀ ਕੈਦ ਕੱਟੋਗੇ ਤੇ ਤੁਹਾਡੀ ਰਿਹਾਈ ਬਣਦੀ ਆ, ਜੇ ਤੁਸੀਂ ਗੁੱਡ
ਕੱਟੋਗੇ। ਗੁੱਡ ਕਰੈਕਟਰ ਕਿਹਨੂੰ ਕਿਹਾ ਜਾਂਦਾ? ਜਿਹੜਾ 2 ਸਾਲ ਪਰੋਲਾਂ ਕੱਟਦਾ ਸਹੀ, ਕੋਈ ਗਲਤੀ ਨਹੀਂ ਕਰਦਾ, ਨਾ ਅੰਦਰ ਨਾ ਬਾਹਰ, ਫਿਰ ਉਹਨੂੰ ਫਰਲੋ ਦਿੱਤੀ ਜਾਂਦੀ ਆ। ਉਹ ਫਰਲੋ ਵੀ ਕੱਟ ਲੀਆਂ ਸੀ, ਉਹ 'ਚ ਵੀ ਸਾਡੀ ਕੋਈ ਗਲਤੀ ਨਹੀਂ। ਫਰਲੋ ਹੁੰਦੀ ਹੈ ਜੀ ਜਦੋਂ 2 ਸਾਲ ਦੀ, ਡੇਢ ਮਹੀਨੇ ਦੀ, ਮਹੀਨੇ ਦੀ ਛੁੱਟੀ ਕੱਟਦੇ ਹੋ ਨਾ ਤੁਸੀਂ। 2 ਸਾਲ ਦੇ ਵਿੱਚ ਤੁਹਾਡੀਆਂ 4 ਛੁੱਟੀਆਂ ਬਣ ਗਈਆਂ, ਡੇਢ ਮਹੀਨੇ ਦੀਆਂ 4 ਛੁੱਟੀਆਂ ਬਣ ਗਈਆਂ ਤੁਹਾਡੀਆਂ। ਉਸ ਤੋਂ ਬਾਅਦ ਤੁਹਾਨੂੰ ਫਰਲੋ ਮਿਲਦੀ ਹੈ 2 ਸਾਲ ਬਾਅਦ ਉਮਰ ਕੈਦੀ ਨੂੰ। ਉਹ ਹੁੰਦੀ ਆ 15 ਦਿਨ ਦੀ। ਉਹ ਮਤਲਬ ਕਿਸੇ ਗਿਣਤੀ 'ਚ ਨਹੀਂ ਆਉਂਦੀ ਹੈਗੀ। ਉਹ ਗੁੱਡ ਕਰੈਕਟਰ ਦਾ ਮੋਹਰ ਆ, ਉਹ ਵੀ ਲੱਗ ਗਈ ਅਤੇ ਫਿਰ ਵੀ ਸਾਡੀ ਰਿਹਾਈ ਨਹੀਂ ਹੋਈ। ਅਤੇ ਹੁਣ ਸਾਨੂੰ ਸਾਲ ਡੇਢ ਸਾਲ ਆ ਸਾਡੇ 'ਤੇ ਤਲਵਾਰ ਹਰ ਵਕਤ ਲਟਕ ਦੀ। ਸਵੇਰੇ ਸੌਂਦੇ, ਜਾਗਦੇ, ਉੱਠਦੇ, ਬਹਿੰਦੇ ਵੀ ਅਸੀਂ ਜੇਲ੍ਹ ਜਾਣਾ, ਵਾਪਸ ਜਾਣਾ। ਉਹ ਸਾਡੀ ਇਦੋਂ ਪਹਿਲਾਂ ਕਿ ਹਾਲਾਂਕਿ ਚਾਹੀਦਾ ਕੀ ਸੀ ਸਰਕਾਰ ਨੂੰ ਵੀ ਜਿਹੜੇ ਬੰਦਿਆਂ ਨੂੰ ਡੇਢ ਸਾਲ ਹੋ ਗਿਆ, ਉਹਨਾਂ ਨੇ ਕ੍ਰਾਈਮ ਨਹੀਂ ਕਰਿਆ, ਕੋਈ ਜੁਰਮ ਨਹੀਂ ਕਰਿਆ, ਸਹੀ ਤਰੀਕੇ ਨਾਲ ਰਹਿ ਰਹੇ ਨੇ, ਉਹਨਾਂ ਨੂੰ ਉੱਦਾਂ ਹੀ ਨਕਸ਼ੇ ਪਾਸ ਕਰਾ ਦੇਣੇ ਚਾਹੀਦੇ ਸੀ, ਉੱਦਾਂ ਹੀ ਰਿਹਾ ਕਰ ਦੇਣਾ ਚਾਹੀਦਾ ਸੀਗਾ। ਫਿਰ ਜਿਹੜੇ ਮੁੰਡੇ ਮਗਰ ਆ ਰਹੇ ਨੇ, ਜਿਹੜੇ ਹਜੇ ਹਵਾਲਾਤੀ ਨੇ, ਉਹ ਸਾਤੋਂ ਕੀ ਸਿੱਖਣਗੇ? ਉਹ ਵੀ ਇਹ ਵੱਡੇ ਗੁੱਡ ਕਰੈਕਟਰ ਵਾਲੇ ਕਿੰਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਟਾਈਮ ਕੱਟਿਆ, ਜੇ ਇਹਨਾਂ ਦੀ ਰਿਹਾਈ ਨਹੀਂ ਹੋਈ ਸਾਡੀ ਕਿੱਥੋਂ ਹੋ ਜੂ? ਉਹ ਸੋਚਣਗੇ ਕਿ ਕਿਉਂ ਐਵੇਂ ਬੰਦਸ਼ਾਂ 'ਚ ਰਹਿਣਾ, ਕਿਉਂ ਗੁੱਡ ਕਰੈਕਟਰ ਮੇਨਟੇਨ ਕਰਨਾ, ਕਿਉਂਕਿ ਉਹ ਕਿਹੜਾ ਸੌਖਾ ਹੁੰਦਾ। ਅੱਛਾ, ਤੁਸੀਂ ਹੁਣ ਚੱਲ ਰਹੇ ਜਿਹੜਾ ਮਹੀਨਾ ਤੋਂ ਕੋਈ ਬੁਲਾਇਆ ਹੋਇਆ ਸੱਦਾ ਇਸ ਦਿਨ ਤਰੀਕ ਨੂੰ ਆਉਣਾ? ਉਹਦੇ ਵਿੱਚ ਵੀ ਤੁਹਾਨੂੰ ਮੈਂ ਦੱਸਦਾ, ਜਦੋਂ ਕਿ ਮੇਰੀ ਲਾਸਟ ਡੇਟ ਸੀਗੀ ਵਾਪਸ ਜਾਣ ਦੀ, ਮੇਰੀ ਉਹ 2 ਦਿਨ ਪਹਿਲਾਂ ਜ਼ਮਾਨਤ ਦੀ ਤਰੀਕ ਆ ਗਈ। ਮੇਰੇ ਵਕੀਲ ਸਾਹਿਬ ਦੀ ਮੈਨੂੰ ਕਾਲ ਆਈ ਵੀ ਕੱਲ੍ਹ ਨੂੰ ਆਪਣੀ ਜ਼ਮਾਨਤ ਦੀ ਤਰੀਕ ਹੈ। ਉਹ ਤਰੀਕ ਦੇ ਉੱਤੇ ਸਰਕਾਰ ਵੱਲੋਂ ਜਿਹੜਾ ਵਕੀਲ ਪੇਸ਼ ਹੋਇਆ, ਉਹ ਕਹਿੰਦਾ ਜੀ ਇਹਦੀ ਤਾਂ ਹਜੇ 1.5 ਮਹੀਨੇ ਦੀ ਹੋਰ ਪਰੋਲ ਪਈ ਆ। ਹਾਲਾਂਕਿ ਮੇਰੀ ਪਰੋਲ ਹੈ ਨਹੀਂ ਸੀ, ਮੇਰੀ ਵਾਪਸੀ ਦੀ ਤਰੀਕ ਸੀ। ਜਿੱਦਣ ਮੇਰੀ ਜ਼ਮਾਨਤ ਦੀ ਤਰੀਕ ਸੀ, ਉਸ ਤੋਂ ਦੂਸਰੇ ਦਿਨ ਮੇਰੀ ਵਾਪਸੀ ਦੀ ਤਰੀਕ ਸੀ, ਮੇਰੀ ਤਿਆਰੀ ਸੀ। ਠੀਕ ਹੈ ਜੀ। ਤਾਂ ਉਹ ਤੋਂ ਵਕੀਲ ਸਾਹਿਬ ਦੀ ਕਾਲ ਆ ਗਈ ਵੀ ਤੁਹਾਡੀ 1.5 ਮਹੀਨੇ ਦੀ ਛੁੱਟੀ ਐਕਸਟੈਂਡ ਹੋ ਗਈ, ਪਰੋਲ ਐਕਸਟੈਂਡ ਹੋ ਗਈ। ਮੈਂ ਕਿਹਾ ਵਕੀਲ ਸਾਹਿਬ ਵੀ ਮੈਂ ਤਾਂ ਵਾਪਸ ਜਾਣਾ। ਕਹਿੰਦੇ ਸਰਕਾਰ ਦੇ ਵਕੀਲ ਨੇ ਕਿਹਾ ਵਾ। ਤਾਂ ਹੁਣ ਉਹ ਇਹਨਾਂ ਦੇ ਅੰਦਰ ਪ੍ਰੋਬਲਮ ਆ ਨਾ, ਉਹ ਇਹਨਾਂ ਨੇ ਦੇਖਣਾ ਨਾ। ਜੱਜ ਸਾਹਿਬ ਨੇ ਉਹ ਚੱਕ ਕੇ 1.5 ਮਹੀਨੇ ਦੀ ਤਰੀਕ ਪਾਤੀ, ਇਹਨਾਂ ਨੇ 20 ਦਿਨਾਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਮੈਨੂੰ ਭਗੌੜਾ ਕਰਾ ਦਿੱਤਾ। ਕਿੰਨੀ ਕਾਹਲੀ ਇਹਨਾਂ ਨੂੰ ਇਸ ਗੱਲ ਦੀ ਵੀ ਮੈਨੂੰ ਭਗੌੜਾ ਕਰਾ ਦਿੱਤਾ। ਇੱਕ ਮਾਨਯੋਗ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਜ਼ਮਾਨਤ ਦੀ ਲੱਗੀ ਆ, ਤੁਹਾਡਾ ਸਰਕਾਰ ਵੱਲੋਂ ਜਿਹੜਾ ਵਕੀਲ ਪੇਸ਼ ਹੋਇਆ ਉਹ ਮੈਨੂੰ 1.5 ਮਹੀਨੇ ਦੀ ਉੱਥੇ ਮੋਹਰ ਲਾਇਆ ਆਉਂਦਾ। ਜੱਜ ਸਾਹਿਬ ਨੇ ਉਹ ਤਰੀਕ ਪਾਤੀ, ਤੁਸੀਂ ਸਬਰ ਵੀ ਨਹੀਂ ਕਰਿਆ, ਤੁਸੀਂ ਮੈਨੂੰ ਭਗੌੜਾ ਕਰਾਰ ਦੇ ਰਹੇ ਹੋ। ਮੇਰੇ ਰੈਕੋਰਡ ਥਾਣੇ 'ਚ ਤੁਸੀਂ FIR ਕਟਾ ਰਹੇ ਹੋ। ਫਿਰ ਮੈਨੂੰ ਇਹ ਦੱਸੋ ਵਕੀਲ ਸਾਹਿਬ ਨੂੰ, ਫਿਰ ਮੈਂ ਰਿਟ ਲਾਈ। ਮੈਂ ਕਿਹਾ ਜੀ ਇੱਦਾਂ ਦਾ ਕਰਕੇ ਉਹ ਸਰਕਾਰ ਜੱਜ ਸਾਹਿਬ ਨੇ, ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਉਹਨੂੰ ਸਰਕਾਰੀ ਵਕੀਲ ਨੂੰ ਸੱਦ ਕੇ ਉਹਦੀ ਝਾੜ ਪਾਈ, ਜੋ ਉਹਨਾਂ ਨੇ ਆਪਣੇ ਲੈਵਲ 'ਤੇ ਕਹਿਣਾ ਸੀ ਉਹ ਕਿਹਾ। ਨੋਟਿਸ ਵੀ ਕਰਤਾ, ਪੰਜਾਬ ਪੁਲਿਸ ਨੂੰ ਵੀ ਨੋਟਿਸ ਕਰਤਾ, ਜੇਲ੍ਹ ਅਧਿਕਾਰੀਆਂ ਨੂੰ ਵੀ ਨੋਟਿਸ ਕਰਤਾ। ਉਹਦੇ ਬਾਵਜੂਦ ਪੁਲਿਸ ਮੇਰੇ ਰੇਡਾਂ ਮਾਰ ਰਹੀ ਆ। ਤੇ ਮੈਂ ਵਕੀਲ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਇਹ ਕੀ ਫੰਡਾ? ਉਹ ਕਹਿੰਦਾ ਦੇਖੋ ਜੀ ਹੁਣ ਮੈਂ ਤਾਂ ਜੱਜ ਹੈ ਨਹੀਂ, ਕੋਰਟਾਂ ਬੰਦ ਨੇ, ਤਰੀਕਾਂ ਐਕਸਟੈਂਡ ਹੋ ਗਈਆਂ। ਦੁਬਾਰੇ ਜਿਹੜੀ ਦੂਸਰੀ ਲਹਿਰ ਆ ਗਈ ਕਰੋਨਾ ਦੀ, ਉਹਦੇ ਵਿੱਚ ਤਰੀਕਾਂ ਐਕਸਟੈਂਡ ਹੋ ਗਈਆਂ। ਜਿੰਨਾ ਚਿਰ ਕੋਰਟ ਲੱਗੇਗੀ ਨਹੀਂ, ਜੱਜ ਡਿਸੀਜਨ ਨਹੀਂ ਦੇਗਾ, ਤੇ ਮੈਨੂੰ ਤਾਂ ਪਰੇਸ਼ਾਨੀ ਹੋ ਗਈ ਨਾ। ਮੈਂ ਨਾ ਕਰਦਾ ਰਿਹਾ ਨਾ ਘਾਟਦਾ। ਜਿਹੜਾ ਬੰਦਾ 14 ਸਾਲ ਜੇਲ੍ਹ ਕੱਟ ਸਕਦਾ, ਇੰਨਾ ਲੰਬਾ ਸਮਾਂ ਉਹਦੇ ਵਿੱਚ ਕੋਈ ਗਲਤੀ ਨਹੀਂ ਕਰੂ, ਉਹਨੂੰ ਆ 1.5 ਮਹੀਨੇ ਦੇ ਅੰਦਰ ਜਾਣ ਨਾਲ ਕੀ ਫਰਕ ਪੈਣ ਲੱਗਿਆ ਸੀ? ਹੁਣ ਮਸਲਾ ਇਹ ਹੈ ਕਿ ਤੁਸੀਂ ਜਿੰਨਾ ਟਾਈਮ ਬਾਹਰ ਪੈਰੋਲ ਤੇ ਕੱਟ ਵੀ ਲਿਆ, ਉਹ ਵੀ ਜਿਵੇਂ ਤੁਸੀਂ ਕਿਹਾ ਵੀ ਕੈਦੀਆਂ ਹੋਗੇ ਕੱਟਿਆ ਵੀ ਡਰ ਕੇ, ਹਨਾ, ਹਜੇ ਹੋਰ ਪਤਾ ਨਹੀਂ ਕਿੰਨਾ ਟਾਈਮ ਕੱਟਣਾ ਪਵੇ। ਤੇ ਉਹਨਾਂ ਟਾਈਮ ਜਿੰਨਾ ਤੁਸੀਂ ਬਾਹਰ ਕੱਟੋਗੇ, ਉਹ ਜਿਵੇਂ ਪੇਡ ਹੌਲੀਡੇ ਹੁੰਦੀ ਹੈ ਸਾਡੀ EMPLOYEES ਦੀ, ਉਹ ਪੇਡ ਹੌਲੀਡੇ ਨਹੀਂ, ਉਹ ਤੁਹਾਨੂੰ ਅੰਦਰ ਜਾ ਕੇ ਫਿਰ ਕੱਟਣਾ ਪੈਣਾ। ਮਤਲਬ ਇਹਦੇ ਸੰਬੰਧ ਦੇ ਵਿੱਚ ਤੁਸੀਂ ਇਸ ਮਸਲੇ ਵਾਸਤੇ ਕੀ ਕੁਛ ਪਾਈ ਹੋਵੇ, ਜਾਂ ਕਿ ਹਜੇ ਮੀਡੀਆ ਸਾਹਮਣੇ ਆਏ ਹੋ? ਨਹੀਂ, ਰੈਟ ਪਾਈ ਹੋਈ ਆ ਆਲਰੇਡੀ। ਤੀਸਰੀ ਰੈਟ ਫਿਰ ਪਾਉਣ ਜਾ ਰਿਹਾ ਮੈਂ। ਤੀਸਰੀ ਐਪਲੀਕੇਸ਼ਨ ਅੱਜ ਲੱਗ ਗਈ ਹੋਊਗੀ, ਉਹ ਮੇ ਵੀ 1 ਅੱਧੇ ਵੀਕ ਦੇ ਵਿੱਚ ਫਾਈਲ ਹੋ ਜਾਏਗੀ। ਉਹ ਫਾਈਲ ਹੋਣ ਨੂੰ ਬਹੁਤ ਟਾਈਮ ਲੱਗਦਾ, ਕੇਸ ਬਹੁਤ ਪੈਂਡਿੰਗ ਪਏ ਨੇ। ਕਿੰਨੇ ਕੁ ਹੋਰ ਬੰਦੇ ਨੇ ਤੁਹਾਡੇ ਨਾਲ, ਕਿੰਨਾ ਕੁ ਤੱਕ ਪਹੁੰਚ ਕੀਤੀ ਕਿ ਜਿੰਨੇ ਤੁਹਾਡੇ ਨਾਲ ਇੰਨੇ ਹੀ ਸਾਰੇ ਨੇ, ਕਿ ਹੋਰ ਵੀ ਬਹੁਤ ਹੋਣਗੇ ਹਲੇ ਪੰਜਾਬ? ਪੂਰੇ ਪੰਜਾਬ ਦੇ ਕੈਦੀ ਜੀ। ਮੈਂ ਇਹ ਸਿਆਸੀ ਲੀਡਰਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਪੂਰੇ ਪੰਜਾਬ ਦੇ ਕੈਦੀ ਅਸੀਂ ਇਕਜੁੱਟ ਹਾਂ, ਤੇ ਅਸੀਂ ਹਵਾਲਾਤੀ ਭਰਾਵਾਂ ਨੂੰ ਵੀ ਆਪਦੇ ਨਾਲ ਰੱਖਾਂਗੇ। ਅਸੀਂ ਆਪਣੇ ਰਿਸ਼ਤੇਦਾਰਾਂ ਨੂੰ, ਯਾਰਾਂ ਦੋਸਤਾਂ ਨੂੰ, ਜੇ ਤੁਸੀਂ ਸਾਡੇ ਬਾਰੇ ਵਿਚਾਰ ਨਾ ਕਰਿਆ ਤਾਂ ਅਸੀਂ ਤੁਹਾਡੇ ਬਾਰੇ ਵਿਚਾਰ ਜ਼ਰੂਰ ਕਰਾਂਗੇ। ਇੱਕ ਗੱਲ ਇੱਥੇ ਦਰਸ਼ਕੋ ਮੈਂ ਜ਼ਰੂਰ ਕਹਿਣੀ ਚਾਹੁੰਦਾ ਵੀ ਇੱਕ ਤੁਸੀਂ ਕਤਲ ਦੇ ਮਾਮਲੇ 'ਚ ਮੈਨੂੰ ਲੱਗਦਾ ਗਏ ਸੀ ਜੀ। 302 ਲੱਗੀ ਜੀ। ਕਿਹੜੇ ਸਾਲ ਦੇ ਵਿੱਚ ਗਏ ਸੀ? 2007 ਜੀ। ਅੱਛਾ, 2007 ਦੇ ਵਿੱਚੋਂ ਇਹ ਜਾਂਦੇ ਨੇ 2021 ਤੱਕ ਜੇਲ੍ਹ ਕੱਟਦੇ ਨੇ। ਜਿਹੜਾ ਬੰਦਾ ਬਾਹਰਲੀ ਦੁਨੀਆ ਤੋਂ ਬਿਲਕੁਲ ਟੁੱਟਿਆ ਹੋਵੇ, ਉਹਦੇ ਸੁਪਨੇ ਹੁੰਦੇ ਆ ਮਨ ਦੇ ਵਿੱਚ, ਕਿਉਂਕਿ ਇਹਨਾਂ ਸਮਾਂ ਮੈਨੂੰ ਲੱਗਦਾ ਸੁਧਾਰ ਵਾਸਤੇ ਬਹੁਤ ਕੁਝ ਤੁਸੀਂ ਆਪਣੇ ਆਪ ਨਾਲ ਗੱਲਾਂ ਬਾਤਾਂ ਕੀਤੀਆਂ ਹੋਣੀਆਂ ਇਹਨਾਂ ਸਾਲਾਂ ਦੇ ਵਿੱਚ, ਤੇ ਉਹ ਬੰਦਾ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਬਾਰੇ ਸੋਚਦਾ। ਪਰ ਸਰਕਾਰਾਂ ਦੇ ਗੰਦੇ ਸਿਸਟਮ ਜੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਰੋਲ ਦੇਣਗੇ ਵੀ ਪੈਰੋਲ ਦਿੱਤੀ ਹੈ, ਫਿਰ ਉਹਨੂੰ ਤੁਸੀਂ ਗਿਣਤੀ ਦੇ ਵਿੱਚ ਨਹੀਂ ਲੈ ਕੇ ਆ ਰਹੇ, ਫਿਰ 1 ਸਾਲ ਹੋਰ ਵਧਾਉਣਾ ਪੈਂਦਾ। ਬੜੀਆਂ ਗਿਣਤੀਆਂ ਦੇ ਨਾਲ ਰਾਏਕੋਟੀ ਜੀ, ਬੜਾ ਮਤਲਬ ਜਿਹੜੇ ਆਖਰੀ ਸਾਲ ਹੁੰਦੇ ਆ, ਮਸਾਂ ਗਿਣ ਕੇ ਟਪਾਏ ਹੋਣੇ ਦਿਨ ਵੀ ਜਦੋਂ ਕਦੋਂ ਹੁਣ ਰਿਹਾਈ ਹੋਊਗੀ, ਘਰ 'ਚ ਜਾਵਾਂਗੇ। ਦਿਨ ਤਾਂ ਤੁਸੀਂ ਬਹੁਤ ਵੱਡੀ ਗੱਲ ਕਹਿਤੀ। ਘੰਟਾ, ਇੱਕ ਘੰਟਾ ਦਿਨ ਦੇ ਵਿੱਚ 10-12 ਘੰਟੇ ਹੁੰਦੇ ਆ, ਉਹ ਘੰਟਾ ਕਰਕੇ ਲੰਘਾਉਂਦੇ ਆ।
ਵੀ ਹੁਣ 8 ਵੱਜ ਗਏ, 9 ਵੱਜ ਗਏ, 10 ਵੱਜ ਗਏ, ਹੁਣ ਚਾਹ ਦਾ ਟਾਈਮ ਹੋ ਗਿਆ, ਰੋਟੀ ਦਾ ਟਾਈਮ ਹੋ ਗਿਆ, ਹੁਣ ਪਰੇਡ ਆਉਣੀ ਆ, ਹੁਣ ਜਾਣਾ ਆ। ਤੇ ਫਿਰ ਉੱਦਾਂ ਹੀ ਰਾਤ ਨੂੰ ਕਦੇ 1 ਵਜੇ ਅੱਖ ਖੁੱਲ੍ਹ ਗਈ, ਕਦੇ 12 ਵਜੇ ਖੁੱਲ੍ਹ ਗਈ, 3 ਵਜੇ ਆ ਗਈ ਦੁਬਾਰੇ ਨੀਂਦ, 5 ਵਜੇ ਆ ਗਈ, ਉੱਧਰੋਂ ਸਵੇਰੇ ਉੱਠਣ ਦਾ ਟਾਈਮ, ਉੱਧਰੋਂ ਸਵੇਰੇ ਨੀਂਦ ਆ ਜਾਂਦੀ ਆ। ਹਾਂ ਜੀ, ਪਰਿਵਾਰ ਦੇ ਵਿੱਚ ਵਿਆਹੇ ਹੋਏ ਹੋ ਤੁਸੀਂ? ਹਾਂਜੀ, ਮੈਂ ਵਿਆਹ ਹੋਇਆ, ਮੇਰੇ 3 ਬੱਚੇ ਆ, ਮੇਰੀ ਵੱਡੀ ਬਿਟੀਆ, 2 ਮੇਰੇ ਬੇਟੇ ਆ, ਤੇ ਮੇਰਾ ਬ੍ਰਦਰ ਆ, ਉਹ ਵੀ ਜੇਲ੍ਹ 'ਚ ਆ, ਉਹਦੇ ਵੀ 3 ਬੱਚੇ ਆ, ਉਹਦੇ ਵੱਡਾ ਬੇਟਾ, 2 ਬੇਟੀਆਂ ਨੇ, ਤੇ ਮਾਂ-ਬਾਪ ਦੀ ਇਹ ਜੇਲ੍ਹ ਦੇ ਦੌਰਾਨ ਹੀ ਡੈਥ ਹੋ ਗਈ। ਤੁਸੀਂ ਦੋਨੇ ਭਰਾ ਜੇਲ੍ਹ 'ਚ? ਹਾਂਜੀ। ਤੇ ਫਿਰ ਤਾਂ ਮਤਲਬ ਕਈ ਚੀਜ਼ਾਂ ਆਪਾਂ ਪਲਾਨ ਕਰਦੇ ਹਾਂ ਵੀ ਚਲੋ ਇਸ ਸਾਲ ਬੱਚਿਆਂ ਵਾਸਤੇ ਜਾਵਾਂਗੇ, ਬੱਚਿਆਂ ਨੂੰ ਲੈ ਕੇ ਜਾਵਾਂਗੇ। ਪਰਿਵਾਰ ਦਾ ਕਿਹੋ ਜਿਹਾ ਰੁੱਖ ਹੈ, ਕਿਉਂਕਿ ਉਹਨਾਂ ਨੇ ਬੜਾ ਉਡੀਕਿਆ ਹੋਣਾ ਵੀ ਤੁਸੀਂ ਆਓਗੇ ਘਰ? ਦੇਖੋ ਜੀ, ਬਾਜਾਂ ਵਾਲੇ ਦੀ ਮਿਹਰ ਆ ਵੀ ਫਾਦਰ ਨੇ 10 ਨੌਹਾਂ ਦੀ ਕਿਰਤ ਦੇ ਨਾਲ ਸਾਡੀ ਪ੍ਰਾਪਰਟੀ ਬਣਾ ਰੱਖੀ, ਉਹਦੇ ਨਾਲ ਸਾਡੀ ਇਨਕਮ ਚੱਲਦੀ ਰਹੀ। ਪਰ ਖੇਤ ਦੇ ਵਿੱਚ ਬੈਠੇ ਆ ਤੇ ਹੌਸਲੇ ਤਾਂ ਬੜੇ ਬੁਲੰਦ ਕਰਨੇ ਪੈਂਦੇ ਆ। ਜਿਸ ਤਰ੍ਹਾਂ ਲਾਗੇ ਸੋਈ ਜਾਣੇ ਤੇ ਮਤਲਬ ਖਾਲਾ ਜੀ ਦਾ ਬਾੜਾ ਤਾਂ ਹੈ ਨਹੀਂਗਾ, ਪਰ ਫਿਰ ਵੀ ਕੱਟਣੀ ਤਾਂ ਸੀਗੀ। ਹੁਣ ਪਤਾ ਸੀ ਵੀ ਮਾੜਾ ਸਿਸਟਮ ਆ, ਇਹਦੇ ਵਿੱਚ ਕਿਹਨੇ ਜੁਰਮ ਕੀਤਾ, ਕਿਹਨੇ ਨਹੀਂ ਕੀਤਾ, ਕਿਸੇ ਨੂੰ ਕੋਈ ਮਹਿਨੇ ਨਹੀਂ ਹੈ। FIR ਕੱਟੀ ਗਈ, ਮਤਲਬ ਕੱਟੀ ਗਈ, ਉਹ ਸੁਪਰੀਮ ਕੋਰਟ ਤੱਕ ਚੱਲੀ ਜਾਣੀ ਆ। ਮੈਨੂੰ ਨਹੀਂ ਲੱਗਦਾ ਵੀ ਤੁਸੀਂ ਪੈਰੋਲ ਤੇ ਹੋ, ਤੁਸੀਂ ਜੇ ਜ਼ਿਆਦਾ ਰੌਲਾ ਪਾਓਗੇ, ਬਾਹਰ ਰਹਿ ਕੇ ਪਾ ਸਕਦੇ ਹੋ ਰੌਲਾ, ਤੇ ਉਹ ਸਰਕਾਰ ਨੇ ਕਹਿ ਦੇਣਾ ਵੀ ਇਹ ਬਹੁਤ ਰੌਲਾ ਪਾ ਰਿਹਾ, ਨੂੰ ਅੰਦਰ ਬੁਲਾ ਲਓ ਜਲਦੀ, ਤੇ ਤੁਹਾਡੀ ਆਵਾਜ਼ ਦੱਬ ਜੂਗੀ। ਤੁਸੀਂ ਮੈਨੂੰ ਇਹ ਦੱਸੋ, ਜ਼ਿਆਦਾ ਰੌਲਾ ਪਾਵਾਂਗੇ ਪਰੇਸ਼ਾਨ ਕਰਨਗੇ? ਜਦੋਂ ਮੈਂ ਬਿਲਕੁਲ ਰੌਲਾ ਨਹੀਂ ਪਾਇਆ, ਵਧੀਆ ਤਰੀਕੇ ਨਾਲ ਛੁੱਟੀਆਂ ਪਰੋਲਾਂ ਕੱਟੀਆਂ, ਵਧੀਆ ਤਰੀਕੇ ਨਾਲ ਇਹਨਾਂ ਦੇ ਮੈਂ ਜਿਹੜੀ ਉੱਥੇ ਸੇਵਾ ਨਿਭਾਈ, ਅੰਦਰ ਮੈਂ ਟੂਰਨਾਮੈਂਟ ਕਰਾਏ ਜੇਲ੍ਹਾਂ ਦੇ ਵਿੱਚ, ਜੋ ਅਫਸਰਾਂ ਦੇ ਹੁਕਮ ਸੀ ਉਹਦੇ ਮੁਤਾਬਕ ਲੋਕਾਂ ਦੀ ਕਾਉਂਸਲਿੰਗ ਕੀਤੀ, ਤੇ ਮੇਰੇ ਕਿਹੜਾ ਮੈਡਲ ਪਾਤਾ ਕਿਸੇ ਨੇ? ਤੇ ਮੇਰੇ ਕਿਹੜਾ ਮੈਡਲ ਪਾਤਾ ਕਿਸੇ ਨੇ? ਹੁਣ ਮੈਨੂੰ ਲੱਗਦਾ ਜੇ ਮੈਂ ਹੁਣ ਵੀ ਨਾ ਬੋਲਿਆ, ਜ਼ਿਆਦਾ ਦੇਰ ਨਾ ਹੋ ਜੇ। ਜਿਹੜਾ ਕੁਝ ਕਰਨਾ ਮੇਰੇ ਨਾਲ ਕਰ ਲੈਣ ਇਹ। ਕਮ ਸੇ ਕਮ ਆਵਾਮ ਨੂੰ, ਪੰਜਾਬ ਦੇ ਨੌਜਵਾਨਾਂ ਨੂੰ, ਜਿਹੜੇ ਤੁਹਾਡੇ ਵਰਗੇ ਇੰਟੈਲੀਜੈਂਟ ਵੀਰ ਨੇ, ਉਹਨਾਂ ਨੂੰ ਤਾਂ ਪਤਾ ਲੱਗ ਜੂਗਾ ਨਾ। ਹੈਪੀ ਜੀ, ਬਹੁਤ ਵੱਡੀ ਤਰਾਸਦੀ ਵਾਲੀ ਗੱਲ ਹੈ ਜਿਹੜੀ ਤੁਸੀਂ ਕਹਾਣੀ ਦੱਸ ਰਹੇ ਹੋ, ਤੁਹਾਡੇ ਨਾਲ ਬੀਤ ਰਹੀ ਹੈ ਜਾਂ ਹੋਰ ਜਿੰਨੇ ਵੀ ਨੌਜਵਾਨ ਮੁੰਡਿਆਂ ਨਾਲ ਬੀਤ ਰਹੀ ਹੈ। ਪਰ ਇੱਥੇ ਮੈਂ ਇੱਕ ਸਵਾਲ ਪੁੱਛਣਾ ਚਾਹੂੰਗਾ। ਮੈਂ ਨਹੀਂ ਜਾਣਦਾ ਕੇਸ ਦੇ ਵਿੱਚ ਕੀ ਕੇਸ ਸੀ ਜਿਹਦੇ ਕਰਕੇ ਤੁਹਾਨੂੰ ਇਸ ਜ਼ਿੰਦਗੀ 'ਚ ਆਉਣਾ ਪਿਆ, ਜੇਲ੍ਹ ਜਾਣਾ ਪਿਆ, ਪਰ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਰਾਏਕੋਟੀ ਮੰਨਦਾ ਕਿ ਹਾਂ ਮੇਰੇ ਤੋਂ ਹੋ ਗਿਆ ਸੀ ਕੁਝ ਗਲਤ, ਜਿਹਦੇ ਕਰਕੇ ਮੇਰੀ ਇੰਨੀ ਜ਼ਿੰਦਗੀ ਦਾ ਹਿੱਸਾ ਗਿਆ ਹੈ। ਮੈਂ ਤੁਹਾਨੂੰ ਤਾਂ ਪੁੱਛ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਚਾਅ ਦੇ ਨਾਲ ਚਲੇ ਜਾਂਦੇ ਨੇ ਜਾਂ ਜਾਣਾ ਚਾਹੁੰਦੇ ਨੇ, ਨੌਜਵਾਨ ਮੁੰਡੇ ਉੱਠਦੇ ਨੇ, ਉਹਨਾਂ ਲਈ ਇੱਕ ਮੈਸੇਜ ਹੋ ਜੇ। ਦੇਖੋ, ਇਹਦੇ ਵਿੱਚ ਕੀ ਹੋਇਆ ਕੀ ਨਹੀਂ, ਉਹ ਰੱਬ ਜਾਣਦਾ ਜਾਂ ਮੈਂ ਜਾਣਦਾ। ਜਿਹੜੀ ਗੱਲ ਆ ਵੀ ਇਸ ਕੰਮ 'ਚ, ਦੇਖੋ, ਜੇ ਮੈਂ ਲੀਡਰਾਂ ਦੇ ਝਾਂਸੇ 'ਚ ਆਇਆ, ਜੇ ਮੈਂ ਉਹਨਾਂ ਦੇ ਮਗਰ ਲੱਗਿਆ, ਮੈਂ ਜੋਸ਼ 'ਚ ਆਇਆ, ਤਾਂ ਹੀ ਮੈਂ ਅੱਜ ਨੁਕਸਾਨ ਉਠਾਉਂਦਾ ਪਿਆ। ਮੈਂ ਇਸੇ ਕਰਕੇ ਪਿਛਲੇ 5-4 ਸਾਲ ਤੋਂ ਜਦ ਵੀ ਮੈਨੂੰ ਮੌਕਾ ਮਿਲਦਾ, ਮੈਂ ਅੰਦਰ ਵੀ ਜੇਲ੍ਹ 'ਚ ਸਭ ਨੂੰ ਇਹੀ ਕਹਿਣਾ ਵੀ ਆਪਦੇ ਪਰਿਵਾਰ ਬਾਰੇ, ਆਪਦੇ ਪਰਿਵਾਰ ਨਾਲ ਰਹਿ ਕਰੋ। ਕਈ ਵਾਰੀ ਮਾਂ-ਬਾਪ ਥੋੜ੍ਹਾ ਜਿਹਾ ਅੜਬ ਸੁਭਾਅ ਦੇ ਹੁੰਦੇ ਆ, ਵੀ ਤੁਸੀਂ ਸੁਣੋ, ਪਰ ਬਾਹਰਲਿਆਂ ਦੀ ਨਾ ਸੁਣੋ। ਅੰਦਰਲਿਆਂ ਦੀਆਂ ਝਿੜਕਾਂ ਦਾ ਵੀ ਧਿਆਨ ਕਰੋ, ਪਰ ਬਾਹਰਲਿਆਂ ਦੀ ਜਿਹੜੀ ਮਿਠਾਸ ਨਾਲ ਤੁਹਾਨੂੰ ਬੁਲਾਉਂਦੇ ਨੇ, ਪਿਆਰ ਨਾਲ ਪਚਕਾਰਦੇ ਨੇ, ਉਹ ਤੋਂ ਪਰਹੇਜ਼ ਕਰੋ। ਲੋਕਾਂ ਦਾ ਪਤਾ ਕੁਛ ਨਹੀਂ, ਇਹ ਚੀਜ਼ਾਂ ਸਿੱਖੀਆਂ ਨੇ ਤੁਸੀਂ? ਦੇਖੋ ਜੀ, ਆਪਦੇ ਆ, ਬਗਾਨੇ ਆ। ਅੱਛਾ, ਰੰਗੀ ਜੀ, ਕੀ ਲੋਕ ਬਹੁਤ ਇਲਜ਼ਾਮ ਲਾਉਂਦੇ ਆ, ਕਹਿੰਦੇ ਅੰਦਰ ਜੇਲ੍ਹਾਂ ਦੇ ਵਿੱਚ ਤੁਸੀਂ ਤਾਂ ਬਹੁਤ ਲੰਬਾ ਸਮਾਂ ਕੱਟਿਆ, ਕਹਿੰਦੇ VIP ਕਲਚਰ ਚੱਲਦਾ ਹੈ, ਜਿਹੜੇ ਕੁਝ ਸਪੈਸ਼ਲ ਬੰਦੇ ਹੁੰਦੇ ਨੇ ਉਹਨਾਂ ਨੂੰ ਅਲੱਗ ਟਰੀਟ ਕੀਤਾ ਜਾਂਦਾ ਹੈ, ਗਰੀਬਾਂ ਤੋਂ ਭਾਂਡੇ ਮੰਜਾਏ ਜਾਂਦੇ ਨੇ, ਜਾਂ ਕੇਸ ਦਾ ਵੀ ਫਰਕ ਹੁੰਦਾ ਵੀ ਕੋਈ ਕਿਹੜੇ ਕੇਸ 'ਚ ਹੈ, ਕਿਹੜੇ ਕੇਸ 'ਚ ਨਹੀਂ ਹੈ। ਇਹ ਚੀਜ਼ਾਂ ਜਿਹੜੀਆਂ ਬਾਹਰ ਅਸੀਂ ਸਿਸਟਮ ਦੇ ਬਾਹਰ ਦੇਖਦੇ ਹਾਂ ਵੀ ਸਾਡੇ ਸਿਸਟਮ ਤਾਂ ਆਮ ਹੀ ਚੱਲਦੀਆਂ ਵੀ ਚਲੋ ਜਿਹੜਾ ਬੰਦਾ ਤਕੜਾ ਉਹਦੀ ਜ਼ਿਆਦਾ ਭਾਵ ਭਗਤ ਹੁੰਦੀ ਹੈ, ਜੇਲ੍ਹਾਂ ਦੇ ਅੰਦਰ ਵੀ ਸਭ ਕੁਝ ਚੱਲਦਾ। ਕਿਹੜੇ VIP ਕਲਚਰ ਜੀ? ਸਭ ਬਕਵਾਸ ਆ, ਸਭ ਜਾਲੀ ਗੱਲਾਂ ਨੇ। ਉਹੀ ਕੰਧਾਂ ਨੇ, ਉਹੀ ਕਿਸੇ ਨੇ ਚਾਦਰ ਧੋ ਕੇ ਲਾ ਲੈਂਦਾ, ਕਿਸੇ ਦੀ ਚਾਦਰ ਮੈਲੀ ਲੱਗੀ ਹੁੰਦੀ ਆ, ਕਿਸੇ ਦਾ ਬਿਸਤਰਾ ਸਾਫ਼ ਸੁਥਰਾ ਹੁੰਦਾ, ਕਿਸੇ ਦਾ ਗੰਦਾ ਹੁੰਦਾ, ਉਹਦਾ ਆਪਦੇ ਤੇ ਡਿਪੈਂਡ ਕਰਦਾ। ਕਹਿੰਦੇ ਵੀ ਅਸੀਂ ਬਹੁਤ ਸਰਦਾਰੀ ਨਾਲ ਜੇਲ੍ਹ ਕੱਟ ਕੇ ਆਏ, ਉਹ ਸਾਰੀਆਂ ਫੋਕੀਆਂ ਹੀ ਗੱਲਾਂ। ਸਰਦਾਰੀ ਦਾ ਮਤਲਬ ਇਹ ਨਹੀਂ ਹੈ। ਸਰਦਾਰੀ ਉਹਨੂੰ ਕਹਿ ਸਕਦੇ ਹੋ ਤੁਸੀਂ ਵੀ ਤੁਸੀਂ ਕਿਸੇ ਦੇ ਕੋਈ ਨਹੀਂ ਕਹਾਈ, ਤੁਸੀਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ, ਤੁਸੀਂ ਕਿਸੇ ਨੂੰ ਬੁਰਾ ਕਹਿਣਾ ਨਹੀਂ ਤੇ ਬੁਰਾ ਸੁਣਨਾ ਨਹੀਂ, ਉਹ ਤੁਹਾਡੀ ਸਰਦਾਰੀ ਆ। ਸਰਦਾਰੀ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਤੁਹਾਡੇ ਕੋਈ ਸਟਾਰ ਲੱਗੇ ਹੋਏ ਆ ਜਾਂ ਤੁਹਾਨੂੰ ਲੋਕ ਸਲੂਟ ਮਾਰਦੇ ਆ, ਕੋਈ ਇਹੋ ਜਿਹੀ ਗੱਲ ਨਹੀਂ। ਜਿਹੋ ਜਿਹਾ ਪਿਆਰ ਤੁਸੀਂ ਵੰਡੋਗੇ, ਉਹੋ ਜਿਹਾ ਪਿਆਰ ਤੁਹਾਨੂੰ ਲੋਕ ਦੇਣਗੇ। ਤੁਸੀਂ ਕਿਹੜੇ ਕੇਸ 'ਚ ਆਏ ਸੀਗੇ ਜੀ ਅੰਦਰ? ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਮੈਂ 4 ਸਾਲ ਅੰਦਰ ਰਿਹਾ। 302 'ਚ ਦੋਸਤਾਂ ਮਿੱਤਰਾਂ ਦੀ ਲੜਾਈ ਹੋ ਗਈ ਸੀ, ਨਾਲ ਦੇ ਵੀ ਵਿੱਚ ਫਸ ਜਾਂਦੇ ਨੇ, ਉੱਦਾਂ ਫਸ ਗਿਆ ਸੀ ਮੈਂ। ਤੁਹਾਡੇ ਨਾਲ ਵੀ ਇਹ ਪੈਰੋਲ ਵਾਲਾ ਸੀਨ ਹੋਇਆ? ਕਿੰਨਾ ਟਾਈਮ ਤੁਸੀਂ ਬਾਹਰ ਰਹੇ ਹੋ ਪੈਰੋਲ ਤੇ? ਤੇ ਮੈਂ ਐਕਚੁਅਲੀ ਮੈਂ ਸਾਰੇ ਜਿਹੜੇ ਪੰਜਾਬ ਦੇ ਸਾਰੇ ਹੀ ਹਵਾਲਾਤੀ ਤੇ ਜੇਲ੍ਹ 'ਚ ਰਹਿਣ ਵਾਲੇ ਸਾਰਿਆਂ ਦੇ ਹੀ ਦੁੱਖ ਸਮਝਦਾ, ਕਿਉਂਕਿ ਮੈਂ ਅੰਦਰ ਜਾ ਚੁੱਕਿਆ। ਇਸ ਕਰਕੇ ਮੈਂ ਚਾਹੁੰਦਾ ਵੀ ਤੁਹਾਡੇ ਥਰੂ ਇਹ ਗੱਲ ਸਰਕਾਰ ਤੱਕ, ਜੱਜਾਂ, ਵਕੀਲਾਂ ਤੇ ਆਮ ਸੁਸਾਇਟੀ ਤੱਕ, ਹਰੇਕ ਪੰਜਾਬੀ ਤੱਕ ਪਹੁੰਚੇ ਬਈ ਜੇਲ੍ਹ 'ਚ ਜਿਹੜੇ ਬੰਦੇ ਪਹੁੰਚ ਗਏ ਉਹਨਾਂ ਦੀ ਵੀ ਸਾਰ ਲਈ ਜਾਵੇ। ਕਰੋਨਾ 'ਚ ਜੇਲ੍ਹ ਵਾਲਿਆਂ ਨੂੰ ਤਾਂ ਭੁੱਲ ਹੀ ਗਏ। ਕੈਦੀ ਜ਼ਰੂਰਤ ਤੋਂ ਜ਼ਿਆਦਾ, ਜੇਲ੍ਹ ਤੋਂ ਜ਼ਿਆਦਾ ਜਿੰਨੀ ਸਜ਼ਾ ਸੀ ਉਸ ਤੋਂ ਜ਼ਿਆਦਾ ਸਮਾਂ ਕੱਟ ਰਹੇ ਨੇ, ਤੇ ਸਰਕਾਰ ਸਖਤੀ ਵਧਾਉਣ ਜਾ ਰਹੀ ਹੈ। ਸਾਨੂੰ ਸੁਣਨ 'ਚ ਆਇਆ ਕੁਛ ਇੱਦਾਂ ਦੇ ਵੀ ਕਾਨੂੰਨ ਕਰ ਰਹੇ ਨੇ ਵੀ ਜਿੱਦਾਂ ਪਰੋਲ ਸਜ਼ਾ ਦੇ ਵਿੱਚ ਕੱਟੀ ਜਾਂਦੀ ਸੀ ਨਾ, ਤੇ ਉਹ ਹੁਣ ਇਹ ਹੈ ਵੀ ਵੱਖਰੀ ਕੱਟੋ। ਦੂਜੀ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ
ਸੋਸ਼ਲ ਡਿਸਟੈਂਸਿੰਗ ਦੇ ਚਲਦੇ ਜੇਲ੍ਹਾਂ ਹੌਲੀਆਂ ਕੀਤੀਆਂ ਸੀ, ਕੈਦੀ ਕੁਝ ਬਾਹਰ ਛੱਡੇ ਸੀ, ਹਾਲਾਂਕਿ ਬਾਹਰ ਵੀ ਕੈਦ ਹੀ ਸੀ, ਉਹ ਵੀ ਕਹਿੰਦੇ ਨੇ ਵੀ ਉਹ ਵੱਖਰੀ ਕੱਟੀ ਜਾਵੇ। ਤੋ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਉਸੇ ਤਰ੍ਹਾਂ ਹੀ ਕੈਦ ਦੇ ਵਿੱਚ ਹੀ ਉਹ ਕੱਟੀ ਜਾਵੇ ਤੇ ਹਾਂ, ਜ਼ਿਆਦਾ ਸਖਤੀ ਨਾ ਕੀਤੀ ਜਾਵੇ। ਦੂਜੀ ਸਭ ਤੋਂ ਜਿਹੜੀ ਵੱਡੀ ਗੱਲ ਹੈ, ਗਲਤੀ ਕਿਸੇ ਤੋਂ ਵੀ ਹੋ ਜਾਂਦੀ ਹੈ। ਕੁਝ ਲੋਕਾਂ ਤੋਂ ਪਹਿਲੀ ਵਾਰ ਗਲਤੀ ਹੋਈ ਹੈ। ਇਹਨੂੰ ਜੇਲ੍ਹ ਦੇ ਪ੍ਰਸ਼ਾਸਨ 'ਚ ਅਸੀਂ ਉਹਦੀ ਟਰਮੀਨੋਲੋਜੀ 'ਚ ਕਹਿੰਦੇ ਹਾਂ ਗੁੱਡ ਕਰੈਕਟਰ। ਜਿਹੜੇ ਗੁੱਡ ਕਰੈਕਟਰ ਨੇ ਉਹਨਾਂ ਨੂੰ ਤਾਂ ਛੱਡਿਆ ਜਾਵੇ, ਉਹਨਾਂ ਨਾਲ ਤਾਂ ਨਰਮੀ ਹੋਵੇ। ਹਾਂਜੀ, ਇਨਸਾਨੀਅਤ ਦਾ ਤਕਾਜ਼ਾ ਇਹ, ਜਿੱਦਾਂ ਨਸ਼ੇ ਵਾਲਿਆਂ ਨੂੰ ਰਿਹੈਬ ਕੀਤਾ ਜਾਂਦਾ, ਗੁੱਡ ਕਰੈਕਟਰ ਵਾਲਿਆਂ ਨੂੰ ਤਾਂ ਬਾਹਰ ਕੱਢਿਆ ਜਾਵੇ। ਸੁਧ ਲਾਓ ਜੀ ਸਾਡੀ, ਮਿਹਰਬਾਨੀ। ਅੱਛਾ ਜੀ, ਇੱਕ ਜਾਂਦੇ ਜਾਂਦੇ ਇੱਕ ਸਵਾਲ ਹੈ, ਜਿਵੇਂ ਗੁੱਡ ਕਰੈਕਟਰ ਦੀ ਗੱਲ ਹੋਈ ਹੈ, ਅੱਜ ਕੱਲ ਰੰਗੀ ਜੀ ਤੁਸੀਂ ਅੰਦਰ ਬੈਠੇ ਵੀ ਬਹੁਤ ਕਹਾਣੀਆਂ ਸੁਣਦੇ ਹੋਵੋਗੇ। ਹਾਲ ਹੀ ਦੇ ਵਿੱਚ ਵੀ 2 ਗੈਂਗਸਟਰਸ ਨੂੰ ਗੋਲੀਆਂ ਮਾਰੀਆਂ ਗਈਆਂ। ਉਹਦੇ ਤੇ ਪੁਲਿਸ ਤੇ ਬਹੁਤ ਇਲਜ਼ਾਮ ਲੱਗਦੇ ਨੇ ਵੀ ਇਹ ਮੌਕਾ ਨਹੀਂ ਦਿੰਦੀ ਪੰਜਾਬ ਪੁਲਿਸ, ਇਹ ਜਾਂ ਆਪਣੇ ਅਹੁਦੇ ਵਧਾਉਣ ਮਾਰੀ, ਰੈਂਕ ਵਧਾਉਣ ਮਾਰੀ ਨੌਜਵਾਨ ਮੁੰਡਿਆਂ ਨੂੰ ਮਾਰ ਰਹੀ ਹੈ। ਉਹਦੇ ਤੇ ਕੀ ਕਹੋਗੇ? ਨਹੀਂ, ਉਹ ਤਾਂ ਮੈਂ ਕਹਿ ਹੀ ਰਿਹਾ ਵੀ ਦੇਖੋ, ਅੱਜ ਸਾਨੂੰ ਇੱਕਦਮ ਐਡਾ ਵੱਡਾ ਸਟੈਪ ਚੱਕਣਾ ਪੈ ਗਿਆ। ਆਲਰੇਡੀ ਪਹਿਲਾਂ ਵੀ ਉਹ ਮਤਲਬ ਜੇਲ੍ਹ 'ਚ ਮੇਰੇ ਨਾਲ ਰਿਹਾ 2 ਸਾਲ, ਅਸੀਂ ਇਕੱਠੇ ਵਾਲੀਬਾਲ ਖੇਡਦੇ ਰਹੇ ਹਾਂ। ਬਹੁਤ ਗੁੱਡ, ਜੈਪਲ ਤੁਹਾਡੇ ਨਾਲ ਰਿਹਾ ਜੇਲ੍ਹ 'ਚ? ਬਹੁਤ ਗੁੱਡ ਪਰਸਨ ਮੁੰਡਾ ਸੀ, ਬੜਾ ਇੰਟੈਲੀਜੈਂਟ ਸੀ, ਕੋਈ ਉਹਦੇ ਵਿੱਚ ਗਰਮੈਸ਼ ਵਾਲੀ ਗੱਲ ਨਹੀਂ ਸੀ, ਕੋਈ ਹਮੀ ਨਵੀਂ ਨਹੀਂ ਸੀ, ਬਸ ਸਭ ਨਾਲ ਵਿਚਰਦਾ ਸੀ ਵਧੀਆ ਤਰੀਕੇ ਨਾਲ। ਮੇਰਾ ਕਹਿਣ ਦਾ ਮਤਲਬ ਵੀ ਜਦੋਂ ਉਦੋਂ ਜ਼ਮਾਨਤ ਤੇ ਗਿਆ ਜਾਂ ਕੁਝ ਵੀ ਹੈ, ਜੇ ਕੋਈ ਪ੍ਰੋਬਲਮ ਸੀ ਉਹਦੀ ਵਿਚਾਰ ਉਹਦੀ ਕੋਈ ਸੁਣਦਾ ਜਾਂ ਕੋਈ ਉਹਦਾ ਮਸਲਾ ਹੱਲ ਕਰਦਾ ਤਾਂ ਹੱਲ ਕੀਤਾ ਜਾ ਸਕਦਾ ਸੀ। ਇੱਥੇ ਤੱਕ ਆਉਣ ਦੀ ਲੋੜ ਨਹੀਂ ਸੀ, ਆਹ ਨੌਬਤ ਨਹੀਂ ਸੀ ਆਉਂਦੀ। ਹੁਣ ਉਹ ਮਾਂ ਦੇ ਵਾਸਤੇ ਤਾਂ ਉਹਨੇ ਤਾਂ ਸਾਰੀ ਉਮਰ, ਚਾਹੇ ਉਹ ਮਾਂ ਤਾਂ ਮਾਂ ਹੀ ਆ। ਤੁਹਾਡੇ ਪਰਿਵਾਰ ਦੇ ਵਿੱਚ ਤੁਸੀਂ ਵੀ ਦੋਨੇ ਭਰਾ ਜੇਲ੍ਹ 'ਚੋਂ, ਉਹ ਵੀ ਦੂਸਰਾ ਇੱਕ ਚਲੇ ਗਿਆ, ਦੂਸਰਾ ਭਰਾ ਹਜੇ ਜੇਲ੍ਹ ਦੇ ਵਿੱਚ। ਉਹਦਾ ਸੀ ਬਹੁਤ ਔਖਾ ਸਮਾਂ ਹੁੰਦਾ ਐਸਾ, ਤੇ ਇਹੋ ਜਿਹੀਆਂ ਚੀਜ਼ਾਂ ਜੇਲ੍ਹ ਦੇ ਵਿੱਚ ਬਹੁਤ ਨੌਜਵਾਨ ਨਵੇਂ ਮੁੰਡੇ ਆਉਂਦੇ ਹੋਣਗੇ। ਤੁਹਾਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਸਿਸਟਮ ਦੀ ਮਾਰ ਦੇ ਵਿੱਚ ਆਏ ਆ ਕਿ ਉਹ ਆਪਣੇ ਸ਼ੌਂਕ ਦੇ ਵਿੱਚ ਜਾਂ ਕੋਈ ਉਹਨਾਂ ਦੀਆਂ ਕੋਈ ਪਲਾਨਡ ਗਲਤੀਆਂ ਹੁੰਦੀਆਂ? ਕਿੰਨੇ ਗਿਣਤੀ ਦੇ ਵਿੱਚ ਤੁਸੀਂ ਸਮਝਦੇ ਹੋ ਵੀ ਜਿਹੜੇ ਸਿਸਟਮ ਦੀ ਭੇਟ ਚੜ੍ਹ ਕੇ ਜੇਲ੍ਹਾਂ 'ਚ ਆਉਂਦੇ? ਮਤਲਬ ਕਿ ਜੀ 99% ਤਾਂ ਸਿਸਟਮ ਦੀ ਭੇਟ ਚੜ੍ਹਦੇ ਆ। ਜੁਰਮ ਕਿਤੋਂ ਨਹੀਂ ਹੁੰਦਾ, ਕੋਈ ਗਲਤੀ ਫਲਤੀ ਹੋ ਜਾਂਦੀ ਹੈ, ਜਾਣੇ ਅਣਜਾਣੇ 'ਚ ਕਿਸੇ ਤੋਂ ਕੁਝ ਰੌਂਗ ਹੋ ਗਿਆ, ਮੌਕਾ ਦਿਓ ਉਹਨੂੰ, ਸੰਭਲ ਦਾ ਮੌਕਾ ਦਿਓ। ਹਾਂ, ਉਸ ਤੋਂ ਬਾਅਦ ਕਾਨੂੰਨ ਸਾਡਾ ਐਡਾ ਕਮਜ਼ੋਰ ਥੋੜ੍ਹੀ ਆ ਬਈ ਅਸੀਂ ਕਿਸੇ ਨੂੰ ਗੋਲੀ ਮਾਰ ਦੇਣੀ ਆ ਜਾਂ ਕਿਸੇ ਨੂੰ ਅਸੀਂ ਪੁੱਠਾ ਲਟਕਾ ਦੇਣਾ। ਇਹਦਾ ਮਤਲਬ ਸਾਡੇ ਕਾਨੂੰਨ 'ਚ ਫਿਰ ਕੁਛ ਹੈ ਹੀ ਨਹੀਂਗਾ। ਸਾਡੇ ਕਾਨੂੰਨ ਦੀ ਤਾਕਤ ਹੋਣੀ ਚਾਹੀਦੀ ਆ, ਨਾ ਕਿ ਗੋਲੀ ਦੀ, ਨਾ ਡੰਡੇ ਦੀ ਤਾਕਤ ਹੋਣੀ ਚਾਹੀਦੀ ਆ। ਡੰਡੇ ਜਾਂ ਗੋਲੀ ਨਾਲ ਮਸਲੇ ਹੱਲ ਹੋਏ ਆ? ਕਾਨੂੰਨ ਵੱਡਾ ਹੋਣਾ ਚਾਹੀਦਾ। ਇਨਸਾਨ ਜਾਂ ਡੰਡਾ ਜਾਂ ਗੋਲੀ ਨਹੀਂ ਵੱਡਾ ਹੋਣਾ ਚਾਹੀਦਾ। ਅਸੀਂ ਇੱਥੇ ਉਲਟਾ ਹੋਇਆ ਹੋਇਆ, ਕਾਨੂੰਨ ਅਸੀਂ ਕਠਪੁਤਲੀ ਬਣਾ ਰੱਖਿਆ ਵਾ। ਲੋਕਾਂ ਨੂੰ ਕਾਨੂੰਨ ਤੋਂ ਡਰ ਹੋਣਾ ਚਾਹੀਦਾ ਆ। ਇਹਦੇ ਨਾਲ ਤਾਂ ਬਗਾਵਤ ਉੱਠਦੀ ਆ ਜਦੋਂ ਤੁਸੀਂ ਇਦਾਂ ਦਾ ਸਟੈਪ ਚੱਕਦੇ ਹੋ। ਤੁਸੀਂ ਇੰਟੈਲੀਜੈਂਟ ਅਫਸਰ ਹੋ, ਤੁਹਾਡੇ ਕੋਲ ਪਾਵਰ ਆ, ਮਸ਼ੀਨਰੀ ਆ, ਤੁਸੀਂ ਇਹ ਲੋਕਾਂ ਦੀ ਸੇਵਾ ਵਾਸਤੇ ਲਾਓ। ਲੋਕਾਂ ਨੂੰ ਦੱਸੋ ਵੀ ਕਾਨੂੰਨ 'ਚ ਤਾਕਤ ਕੀ ਹੁੰਦੀ ਹੈ, ਉਹ ਤਾਂ ਬਗਾਵਤ ਉੱਠੂਗੀ। ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਕਿ ਸ਼ਾਇਦ ਜੇ ਅਗਰ ਪੈਰੋਲ ਵਾਲੇ ਮਾਮਲੇ ਦੇ ਵਿੱਚ ਅੱਜ ਤੱਕ ਜੇ ਚੱਲਦਾ ਆ ਰਿਹਾ, ਅਗਰ ਤੁਹਾਡੀਆਂ ਇੰਨੀਆਂ ਕੈਦਾਂ ਕੱਟ ਕੇ ਤੁਸੀਂ ਜ਼ਰੂਰ ਪ੍ਰਸ਼ਾਸਨ ਨੂੰ ਤੁਹਾਡੀ ਸੁਣਨੀ ਚਾਹੀਦੀ। ਸਾਡੀ ਇਹ ਉਮੀਦ ਹੈ, ਜਿੰਨਾ ਸਾਥ ਬਣਿਆ ਸਾਡੇ ਵੱਲੋਂ ਦਿੰਦੇ ਰਵਾਂਗੇ। ਇਹ ਸਨ ਰੰਗੀ ਰਾਏਕੋਟੀ ਜੀ, ਸਾਡੇ ਨਾਲ ਕਹਾਣੀ ਤੁਸੀਂ ਸੁਣ ਰਹੀ ਹੋ। ਉਮੀਦ ਹੈ ਵੀ ਤੁਹਾਨੂੰ ਸਮਝ ਵੀ ਆ ਗਈ ਹੋਏਗੀ। ਤੇ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਇਹੋ ਜਿਹੀਆਂ ਧੱਕੇਸ਼ਾਹੀਆਂ ਹਮੇਸ਼ਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ। ਪਤਾ ਨਹੀਂ ਇਹਨਾਂ ਨੂੰ ਕਦੋਂ ਕੁ ਠੱਲ ਪਵੇ।